रिस्पैक्टेड टीचर्स, डियर स्टूडेंट्स, मैं नवजोत कौर पंजाब एजुसेट सोसाइटी वालों तुहाडे सारिਆਂ ਦਾ स्वागत करदी हां। ਅੱਜ ਦਾ ਜਿਹੜਾ ਸਾਡਾ ਲੈਕਚਰ ਹੈ ਉਹ ਹੈ ਕਿੱਥੇ, ਕਦੋਂ ਅਤੇ ਕਿਵੇਂ। ਬੱਚਿਓ, ਇਹ ਜਿਹੜਾ ਟੌਪਿਕ ਹੈ ਤੁਹਾਡੀ ਸਮਾਜਿਕ ਸਿੱਖਿਆ ਦੀ ਪੁਸਤਕ ਦੇ ਇਤਿਹਾਸ ਭਾਗ ਦਾ ਪਹਿਲਾ ਚੈਪਟਰ ਹੈ। ਬੱਚਿਓ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਅੱਜ ਦੇ ਇਸ ਲੈਕਚਰ ਨੂੰ ਬਹੁਤ ਹੀ ਧਿਆਨ ਨਾਲ ਸੁਣੋਗੇ ਅਤੇ ਸਮਝੋਗੇ ਅਤੇ ਕੁਝ ਇਸ ਤੋਂ ਸਿੱਖੋਗੇ। आओ ਅਸੀਂ ਇਹ ਲੈਕਚਰ ਸਟਾਰਟ ਕਰਦੇ ਹਾਂ। ਜਿਵੇਂ ਕਿ ਤੁਸੀਂ ਇਹ ਸਲਾਈਡ ਦੇਖ ਰਹੇ ਹੋ ਬੱਚਿਓ, ਇਹਨੂੰ ਦੇਖ ਕੇ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਹੈ ਕਿ ਇਹ ਸ਼੍ਰੀ ਹਰਮੰਦਰ ਸਾਹਿਬ ਦੀ ਤਸਵੀਰ ਹੈ। ਬੱਚਿਓ, ਜੇ ਮੈਂ ਆਪਣੀ ਗੱਲ ਕਰਾਂ ਤੇ ਇਸ ਤਸਵੀਰ ਨੂੰ ਵੇਖ ਕੇ ਮੇਰੇ ਮਨ 'ਚ ਜਿਹੜੇ ਪ੍ਰਸ਼ਨ ਉੱਠਦੇ ਨੇ ਉਹ ਨੇ ਕਿ ਇਸ ਨੂੰ ਗੋਲਡਨ ਟੈਂਪਲ ਕਿਉਂ ਆਖਿਆ ਜਾਂਦਾ ਹੈ ਤੇ ਇਸ ਦੇ ਸਰੋਵਰ ਦੀ ਕੀ ਮਹੱਤਤਾ ਹੈ। ਤੁਹਾਡੇ ਮਨ 'ਚ ਵੀ ਕੁਝ ਪ੍ਰਸ਼ਨ ਉੱਠੇ ਹੋਣਗੇ, ਜਿਵੇਂ ਕਿ ਸ਼੍ਰੀ ਹਰਮੰਦਰ ਸਾਹਿਬ ਕਿੱਥੇ ਸਥਿਤ ਹੈ, ਸ਼੍ਰੀ ਹਰਮੰਦਰ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ ਸੀ, ਸ਼੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਕਿਵੇਂ ਹੋਈ। ਬੱਚਿਓ, ਇਹ ਜਿਹੜੇ ਰੈੱਡ ਕਲਰ ਦੇ ਹਾਈਲਾਈਟ ਕੀਤੇ ਹੋਏ ਨੇ, ਅੱਜ ਦਾ ਸਾਡਾ ਟੌਪਿਕ ਇਹੀ ਹੈ, ਕਿੱਥੇ, ਕਦੋਂ ਅਤੇ ਕਿਵੇਂ। ਬੱਚੇ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਸਾਡੇ ਮਨ 'ਚ ਕੁਐਸਚਨਸ ਉੱਠਣਾ, ਪ੍ਰਸ਼ਨ ਉੱਠਣਾ ਲਾਜ਼ਮੀ ਹੈ। ਤੁਹਾਨੂੰ ਜਦੋਂ ਤੁਸੀਂ ਆਪਣੀ ਕਲਾਸ ਵਿੱਚ ਪੜ੍ਹਦੇ ਹੋ ਤੇ ਤੁਸੀਂ ਪੂਰਾ ਜੇ ਆਪਣਾ ਲੈਕਚਰ ਵੱਲ ਤੁਹਾਡਾ ਮਾਈਂਡ ਹੈ ਤਾਂ ਹੀ ਤੁਸੀਂ ਕੁਐਸਚਨ ਪੁੱਛ ਸਕਦੇ ਹੋ। ਅਦਰਵਾਈਜ਼ ਤੁਹਾਨੂੰ ਜੇ ਪਤਾ ਹੀ ਨਹੀਂ ਤੁਹਾਡੇ ਟੀਚਰਸ ਤੁਹਾਨੂੰ ਕੀ ਪੜ੍ਹਾ ਰਹੇ ਨੇ, ਤੁਸੀਂ ਕੁਐਸਚਨ ਕਿਵੇਂ ਪੁੱਛੋਗੇ। ਤੇ ਬੱਚਿਓ, ਇਹ ਮੈਂ ਤੁਹਾਨੂੰ ਕਹਿਣਾ ਚਾਹੂੰਗੀ, ਜਦੋਂ ਵੀ ਤੁਸੀਂ ਆਪਣਾ ਲੈਕਚਰ ਸੁਣਦੇ ਹੋ, ਟੀਚਰਸ ਤੁਹਾਨੂੰ ਪੜ੍ਹਾਉਂਦੇ ਨੇ, ਤੁਸੀਂ ਉਹਨੂੰ ਧਿਆਨ ਨਾਲ ਸੁਣੋ ਅਤੇ ਕੁਐਸਚਨਸ ਪੁੱਛਣ ਦੀ ਆਦਤ ਪਾਓ। ਬੱਚਿਓ, ਅਸੀਂ ਜੇ ਕੁਐਸਚਨਸ ਨਹੀਂ ਪੁੱਛਾਂਗੇ ਸਾਨੂੰ ਉਹ ਟੌਪਿਕ ਕਲੀਅਰ ਹੀ ਨਹੀਂ ਹੋਏਗਾ। ਸਾਨੂੰ ਇਹ ਪ੍ਰਸ਼ਨ ਪੁੱਛਣ ਦੀ ਆਦਤ ਪਾਉਣੀ ਚਾਹੀਦੀ ਹੈ। ਤੇ ਅਸੀਂ ਗੱਲ ਕਰਦੇ ਹਾਂ ਜਦੋਂ ਇਤਿਹਾਸ ਦੀ। ਵਾਟ ਇਜ਼ ਹਿਸਟਰੀ? ਹਿਸਟਰੀ ਜਿਹੜਾ ਵਰਡ ਹੈ ਉਸ ਦੀ ਕੀ ਪਰਿਭਾਸ਼ਾ ਹੈ? ਇਤਿਹਾਸ ਹੈ ਕੀ? ਅਸੀਂ ਹਮੇਸ਼ਾ ਕਹਿੰਦੇ ਹਾਂ ਇਤਿਹਾਸ ਇਤਿਹਾਸ, ਤੇ ਉਹਦੀ ਪਰਿਭਾਸ਼ਾ ਵੀ ਸਾਨੂੰ ਪਤਾ ਹੋਣੀ ਚਾਹੀਦੀ ਹੈ। ਇਤਿਹਾਸ ਦੀ ਮਹੱਤਤਾ ਵੀ ਪਤਾ ਹੋਣੀ ਚਾਹੀਦੀ ਹੈ ਵੀ ਅਸੀਂ ਇਤਿਹਾਸ ਕਿਉਂ ਪੜ੍ਹ ਰਹੇ ਹਾਂ, ਇਤਿਹਾਸ ਹੈ ਕੀ। ਜਾਣਦੇ ਹਾਂ ਅਸੀਂ। ਇਹ ਜਿਹੜੀ ਸਲਾਈਡ ਹੈ ਇਹਦੇ ਵਿੱਚ ਅਸੀਂ ਸਿੱਖਾਂਗੇ ਇਤਿਹਾਸ ਕੀ ਹੈ। ਬੱਚਿਓ, ਇਹ ਵੀ ਇੱਕ ਪ੍ਰਸ਼ਨ ਹੈ ਜੋ ਤੁਹਾਨੂੰ ਆਪਣੇ ਲੈਕਚਰਸ ਵਿੱਚ ਆਪਣੇ ਟੀਚਰਸ ਤੋਂ ਪੁੱਛਣਾ ਚਾਹੀਦਾ ਹੈ। ਜਿਵੇਂ ਕਿ ਇਤਿਹਾਸ ਸ਼ਬਦ ਗ੍ਰੀਕ ਭਾਸ਼ਾ ਦੇ ਸ਼ਬਦ ਹਿਸਟੋਰੀਆ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਲੱਭਣਾ। ਬੱਚਿਓ, ਇਹ ਤੁਹਾਡੇ ਲਈ ਨਵੀਂ ਗੱਲ ਹੋਵੇਗੀ, ਇਹਨੂੰ ਜ਼ਰੂਰ ਧਿਆਨ ਨਾਲ ਸੁਣੋ। ਇਹ ਵਰਡ ਹਿਸਟੋਰੀਆ ਤੋਂ ਲਿਆ ਗਿਆ ਹੈ, ਗ੍ਰੀਕ ਸ਼ਬਦ ਦੀ ਹਿਸਟੋਰੀਆ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਲੱਭਣਾ, ਟੂ ਫਾਈਂਡ ਆਊਟ। ਅਤੀਤ ਵਿੱਚ ਹੋਈਆਂ ਘਟਨਾਵਾਂ ਦਾ ਰਿਕਾਰਡ। ਇਤਿਹਾਸ ਜੋ ਹੈ ਉਹ ਹੈ ਅਤੀਤ ਵਿੱਚ ਹੋਈਆਂ ਘਟਨਾਵਾਂ। ਇਤਿਹਾਸ ਅਤੀਤ ਦਾ ਅਧਿਐਨ ਹੈ। ਜੋ ਵੀ ਘਟਨਾਵਾਂ ਵਾਪਰੀਆਂ ਨੇ ਇਤਿਹਾਸ ਵਿੱਚ, ਉਸ ਨੂੰ ਪੜ੍ਹਨਾ, ਉਸ ਨੂੰ ਸਮਝਣਾ, ਉਸ ਬਾਰੇ ਜਾਣਨਾ, ਉਹ ਇਤਿਹਾਸ ਹੈ। ਜਿਵੇਂ ਕਿ ਤੁਸੀਂ ਇਹ ਸਲਾਈਡ ਵੇਖ ਰਹੇ ਹੋ ਬੱਚਿਓ, ਇਹਦੇ ਵਿੱਚ ਬੱਚੇ ਆਪਣੀ ਕਿਤਾਬ ਤੋਂ ਹਿਸਟਰੀ ਪੜ੍ਹ ਰਹੇ ਨੇ ਜਾਂ ਕੁਝ ਹੋਰ ਵੀ ਪੜ੍ਹ ਰਹੇ ਨੇ ਤੇ ਜਾਣ ਕੇ ਬਹੁਤ ਖੁਸ਼ ਹੋ ਰਹੇ ਨੇ। ਬੱਚਿਓ, ਜਦੋਂ ਵੀ ਤੁਸੀਂ ਪੜ੍ਹਦੇ ਹੋ ਤੇ ਪੂਰੇ ਹੀ ਧਿਆਨ ਨਾਲ ਪੜ੍ਹੋ। ਜਿਵੇਂ ਕਿ ਇਸ ਸਾਈਡ ਤੇ ਬਹੁਤ ਸਾਰੀਆਂ ਬੁੱਕਸ ਨੇ, ਇਹਨੂੰ ਬੱਚਾ ਜਿਹੜਾ ਹੈਗਾ ਉਹਨੂੰ ਉੱਪਰ ਰੱਖ ਰਿਹਾ ਹੈ। ਤੁਸੀਂ ਇਹਨੂੰ ਕਦੀ ਵੀ ਬੋਝ ਨਾ ਸਮਝੋ, ਹਿਸਟਰੀ ਨੂੰ ਬਹੁਤ ਹੀ ਇੰਟਰਸਟਿੰਗ ਵੇ ਨਾਲ ਪੜ੍ਹੋ। ਤੇ ਅਸੀਂ ਹੁਣ ਜਾਣਾਂਗੇ ਇਤਿਹਾਸ ਪੜ੍ਹਨਾ ਕਿਉਂ ਜ਼ਰੂਰੀ ਹੈ। ਵਾਈ ਸਟੱਡੀ ਹਿਸਟਰੀ? ਬੱਚਿਓ, ਸਾਨੂੰ ਇਤਿਹਾਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਤਿਹਾਸ ਪਿਛਲੇ ਅਤੇ ਮੌਜੂਦਾ ਸਮੇਂ ਵਿੱਚ ਇੱਕ ਪੁੱਲ ਦਾ ਕੰਮ ਕਰਦਾ ਹੈ, ਪਾਸਟ ਵਰਸਸ ਪ੍ਰੈਜ਼ੈਂਟ। ਜਿਵੇਂ ਕਿ ਤੁਸੀਂ ਤਸਵੀਰ ਵਿੱਚ ਬੱਚੇ ਦੇਖ ਰਹੇ ਹੋ ਕਿ ਆ ਬੱਚਾ ਨਿਊਜ਼ਪੇਪਰ ਪੜ੍ਹ ਰਿਹਾ, ਅਖਬਾਰ ਪੜ੍ਹ ਰਿਹਾ ਹੈ, ਤੇ ਦੂਸਰੀ ਤਰਫ ਆ ਬੱਚਾ ਫੋਨ, ਟੈਬਲੇਟ ਲੈ ਕੇ ਬੈਠਾ ਹੈ, ਜੋ ਕਿ ਅੱਜਕੱਲ ਬੱਚੇ ਬਹੁਤ ਹੀ ਜ਼ਿਆਦਾ ਵਰਤੋਂ ਵਿੱਚ ਲੈ ਕੇ ਆਉਂਦੇ ਨੇ। ਮੋਬਾਈਲ, ਟੈਬਸ, ਲੈਪਟਾਪਸ। ਤੇ ਅਸੀਂ ਜੋ ਵੀ ਇਨਫੋਰਮੇਸ਼ਨ ਪਹਿਲੇ ਜ਼ਮਾਨੇ ਵਿੱਚ ਲੈਂਦੇ ਸੀਗੇ ਅਖਬਾਰਾਂ ਤੋਂ ਲੈਂਦੇ ਸੀਗੇ, ਹੁਣ ਵੀ ਅਸੀਂ ਅਖਬਾਰ ਪੜ੍ਹ ਰਿਹਾ, ਇਹ ਟੈਬਲੇਟ ਤੋਂ ਇਨਫੋਰਮੇਸ਼ਨ ਲੈ ਰਿਹਾ ਹੈਗਾ। ਤੁਹਾਨੂੰ ਪਤਾ ਹੈ ਇਹ ਮੋਬਾਈਲ ਫੋਨਸ, ਟੈਬਲੇਟਸ ਕਿਵੇਂ ਬਣੀਆਂ? ਇਹਦਾ ਇਤਿਹਾਸ ਕੀ ਹੈ?
ਤੇ ਬੱਚਿਓ ਐਵੇਂ ਹੀ ਤੁਹਾਡੇ ਮਾਈਂਡ ਵਿੱਚ ਵੀ ਕੁਐਸਚਨਸ ਜ਼ਰੂਰ ਆਉਣੇ ਚਾਹੀਦੇ ਨੇ। ਕੋਈ ਵੀ ਚੀਜ਼ ਤੁਸੀਂ ਆਪਣੇ ਆਸ-ਪਾਸ ਦਾ ਵੀ ਕੋਈ ਐਗਜ਼ਾਮਪਲ ਲੈ ਸਕਦੇ ਹੋ ਕਿ ਤੁਹਾਡੀ ਜਿਹੜੀ ਹੈਗੀ ਆ ਕੱਪੜੇ ਕਿਵੇਂ ਬਣੇ ਨੇ, ਕੱਪੜਿਆਂ ਦਾ ਵੀ ਇਤਿਹਾਸ ਹੈ ਤੇ ਤੁਹਾਡੇ ਜਿਹੜੇ ਕੋਈ ਵੀ ਹੋਰ ਸਮਾਨ ਹੈ ਤੁਹਾਡੇ ਆਸ-ਪਾਸ ਕੋਈ ਵੀ ਉਹ ਸਭ ਦਾ ਇਤਿਹਾਸ ਹੈ, ਖਾਣੇ ਦਾ ਵੀ ਇਤਿਹਾਸ ਹੈ ਤੇ ਹੋਰ ਵੀ ਸਾਰੀਆਂ ਚੀਜ਼ਾਂ ਦਾ ਇਤਿਹਾਸ ਹੈ ਤੇ ਤੁਸੀਂ ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪਾਸਟ ਐਂਡ ਪ੍ਰੈਜ਼ੈਂਟ, ਪਹਿਲਾਂ ਕਾਰਾਂ ਕਿਵੇਂ ਦੀਆਂ ਹੁੰਦੀਆਂ ਸੀਗੀਆਂ ਤੇ ਇਸ ਨੂੰ ਪੜ੍ਹ ਕੇ ਇਸ ਨੂੰ ਜਾਣ ਕੇ ਹੁਣ ਕਾਰਾਂ ਇਵੇਂ ਦੀਆਂ ਬਣਦੀਆਂ ਨੇ। ਜੋ ਪ੍ਰੈਜ਼ੈਂਟ ਚ ਬੱਚਿਓ ਕਾਰਾਂ ਬਣ ਰਹੀਆਂ ਨੇ ਉਹ ਕਾਰ ਦਾ ਇਤਿਹਾਸ ਜਾਣ ਕੇ ਕਿ ਪਿਛਲੇ ਜ਼ਮਾਨੇ ਵਿੱਚ ਇਦਾਂ ਦੀਆਂ ਕਾਰਾਂ ਚੱਲਦੀਆਂ ਸਨ ਤੇ ਹੁਣ ਇਹੋ ਜਿਹੀਆਂ ਕਾਰਾਂ ਬਣੀਆਂ ਤੇ ਇਤਿਹਾਸ ਜਾਣ ਕੇ ਹੀ ਨਵੀਆਂ ਖੋਜਾਂ ਹੁੰਦੀਆਂ ਨੇ, ਨਵੀਆਂ ਇਨਵੈਂਸ਼ਨਸ ਹੁੰਦੀਆਂ ਨੇ। ਜਿਵੇਂ ਸਾਈਕਲ ਦੇਖੋ, ਹੁਣ ਸਾਈਕਲ ਇਵੇਂ ਦੇ ਹੈ। ਬੱਸਾਂ ਦੇਖੋ, ਨੀਚੇ ਦੇਖ ਰਹੇ ਹੋਵੋਗੇ ਤੁਸੀਂ ਬੱਚਿਓ, ਤੇ ਹੁਣ ਤਾਂ ਡਬਲ ਡੈਕਰ ਬੱਸਿਸ ਚੱਲਦੀਆਂ ਨੇ। ਤੇ ਬੱਚਿਓ ਕੁਝ ਵੀ ਨਵਾਂ ਕਰਨ ਲਈ ਸਾਨੂੰ ਇਤਿਹਾਸ ਜਾਣਨ ਦੀ ਲੋੜ ਹੈ। ਤੇ ਬੱਚਿਓ ਇਤਿਹਾਸ ਦੀ ਮਹੱਤਤਾ ਇਹ ਵੀ ਹੈ, ਜਿਵੇਂ ਕਿ ਫੇਮਸ ਫਿਲਾਸਫਰ ਤੇ ਨੋਵਲਿਸਟ ਨੇ ਜਾਰਜ ਸਤਿਆਨਾ, ਇਹ ਲਿਖਦੇ ਨੇ those who do not learn history are doomed to repeat it। ਬੱਚਿਓ ਜਿਵੇਂ ਕਿ ਤੁਸੀਂ ਇਤਿਹਾਸ ਤੋਂ ਸਿੱਖਦੇ ਹੋ, ਅੱਛਾ ਵੀ ਸਿੱਖਦੇ ਹੋ, ਕੁਝ ਬੁਰੀਆਂ ਘਟਨਾਵਾਂ ਵੀ ਸਿੱਖਦੇ ਹੋ, ਪਰ ਜੋ ਕੁਝ ਬੁਰਾ ਵਾਪਰਿਆ ਹੁੰਦਾ ਹੈ ਤੁਸੀਂ ਉਹਨੂੰ ਕਦੀ ਵੀ ਰਿਪੀਟ ਨਹੀਂ ਕਰੋਗੇ ਜੇ ਤੁਸੀਂ ਇਤਿਹਾਸ ਜਾਣਦੇ ਹੋ। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਬੱਚਿਓ ਦੇਖੋ, ਇੱਥੇ ਬੱਚੀ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਪੜ੍ਹਾਈ ਕਰ ਰਹੀ ਹੈ, ਠੀਕ ਹੈ। ਨਾਲ ਦੇ ਨਾਲ ਇੱਥੇ ਵੀ ਬੱਚਾ ਪੜ੍ਹ ਰਿਹਾ ਹੈ, ਪੜਦਾ ਸੌਂ ਗਿਆ। ਤੇ ਬੱਚਿਓ ਦੇਖੋ ਹੁਣ ਬੱਚੀ ਨੇ ਜਿਹਨੇ ਅੱਛੇ ਤਰੀਕੇ ਨਾਲ ਪੜ੍ਹਾਈ ਕੀਤੀ ਹੈ, ਦੇਖੋ ਉਹਦੇ A+ ਗ੍ਰੇਡ ਆਏ ਨੇ, ਉਹ ਬਹੁਤ ਖੁਸ਼ ਹੈ। ਤੇ ਜਿਹੜਾ ਬੱਚਾ ਸੋ ਰਿਹਾ ਸੀਗਾ ਹੁਣ ਉਹਦੇ ਰਿਜ਼ਲਟਸ ਦੇਖੋ, ਹਿਸਟਰੀ ਟੈਸਟ ਫੇਲ। ਤੇ ਬੱਚਿਓ ਇਤਿਹਾਸ ਤੋਂ ਹੁਣ ਇਹ ਬੱਚਾ ਸਿੱਖੇਗਾ ਕਿ ਹਮੇਸ਼ਾ ਧਿਆਨ ਲਾ ਕੇ ਪੜੋ। ਤੇ ਬੱਚਿਓ ਇਹ ਤਾਂ ਸੀਗਾ ਇਤਿਹਾਸ ਦੀ ਮਹੱਤਤਾ ਕਿ ਇਤਿਹਾਸ ਅਸੀਂ ਕਿਉਂ ਪੜ੍ਹਨਾ ਹੈ, ਇਤਿਹਾਸ ਹੈ ਕੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਸਲਾਈਡ ਤੇ। ਇਸ ਸਲਾਈਡ ਵਿੱਚ ਤੁਸੀਂ ਦੇਖ ਰਹੇ ਹੋ ਬੱਚਿਓ ਅਰਥ, ਦੁਨੀਆ ਬਹੁਤ ਵੱਡੀ ਹੈ। ਤੁਸੀਂ ਕਿੱਥੇ ਦਾ ਇਤਿਹਾਸ ਪੜ੍ਹਨਾ ਹੈ, ਕਦੋਂ ਦਾ ਇਤਿਹਾਸ ਪੜ੍ਹਨਾ ਹੈ, ਕਿਵੇਂ ਉਸ ਨੂੰ ਪੜ੍ਹਨਾ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ, ਜੋ ਕਿ ਅੱਜ ਦਾ ਸਾਡਾ ਟੌਪਿਕ ਵੀ ਹੈ। ਤੇ ਬੱਚਿਓ ਜੇਕਰ ਅਸੀਂ ਭਾਰਤ ਦੇ ਇਤਿਹਾਸ ਦੀ ਗੱਲ ਕਰੀਏ, ਇਤਿਹਾਸਕਾਰਾਂ ਨੇ ਭਾਰਤ ਦੇ ਇਤਿਹਾਸ ਨੂੰ 3 ਕਾਲਾਂ ਵਿੱਚ ਵੰਡਿਆ ਹੈ। ਪ੍ਰਾਚੀਨ ਕਾਲ ਯਾਨੀ ਕਿ ਐਂਸ਼ੀਐਂਟ ਪੀਰੀਅਡ, ਮੱਧ ਕਾਲ ਮਿਡੀਵੀਅਲ ਪੀਰੀਅਡ, ਆਧੁਨਿਕ ਕਾਲ ਮਾਡਰਨ ਪੀਰੀਅਡ। ਬੱਚਿਓ ਇਹ 3 ਕਾਲਾਂ ਵਿੱਚ ਭਾਰਤ ਦੇ ਇਤਿਹਾਸ ਨੂੰ ਵੰਡਿਆ ਗਿਆ ਹੈ। ਇਹਨਾਂ ਕਾਲਾਂ ਦੇ ਸ਼ੁਰੂ ਹੋਣ ਦਾ ਸਮਾਂ ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ ਇੱਕੋ ਜਿਹਾ ਨਹੀਂ ਹੈ। ਜਿਵੇਂ ਕਿ ਆਪਾਂ ਯੂਰਪ ਦੀ ਗੱਲ ਕਰੀਏ, ਉੱਥੇ ਦਾ ਇਤਿਹਾਸ ਜਿਹੜਾ ਹੈ ਉਹ ਡਿਫਰੈਂਟ ਟਾਈਮ ਪੀਰੀਅਡਸ, ਡਿਫਰੈਂਟ ਸਮਿਆਂ ਵਿੱਚ ਵੰਡਿਆ ਗਿਆ ਹੈ। ਤੇ ਬੱਚੋ ਸਾਡਾ ਜਿਹੜਾ ਪਹਿਲਾ ਟੌਪਿਕ ਹੈ, ਇਹ ਟੌਪਿਕ ਦਾ ਜਿਹੜਾ ਫਰਸਟ ਪਾਰਟ ਹੈ ਉਹ ਹੈ ਕਿੱਥੇ, ਯਾਨੀ ਕਿ ਵੇਅਰ। ਤੇ ਜਦੋਂ ਆਪਾਂ ਇਸ ਦੇ ਬਾਰੇ ਗੱਲ ਕਰਦੇ ਹਾਂ ਤੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈਗਾ ਅਸੀਂ ਕਿੱਥੇ ਦੀ ਗੱਲ ਕਰਨੀ ਹੈ, ਕਿਸ ਜਗ੍ਹਾ ਦੀ ਗੱਲ ਕਰਨੀ ਹੈ, ਤਾਂ ਹੀ ਅਸੀਂ ਉਸ ਦਾ ਇਤਿਹਾਸ ਜਾਣ ਪਾਵਾਂਗੇ। ਸਾਨੂੰ ਜੇ ਪਤਾ ਹੀ ਨਹੀਂ ਹੈ ਕਿ ਉਹ ਜਗ੍ਹਾ ਕਿੱਥੇ ਹੈਗੀ ਹੈ ਤੇ ਅਸੀਂ ਕਿਵੇਂ ਉਸ ਜਗ੍ਹਾ ਦਾ ਇਤਿਹਾਸ ਜਾਣ ਪਾਵਾਂਗੇ, ਅਸੀਂ ਉੱਥੇ ਜਾ ਹੀ ਨਹੀਂ ਪਾਵਾਂਗੇ, ਅਸੀਂ ਉਹਨੂੰ ਪੜ੍ਹ ਹੀ ਨਹੀਂ ਪਾਵਾਂਗੇ। ਤੇ ਇਤਿਹਾਸ ਨੂੰ ਜਾਣਨ ਲਈ ਭੂਗੋਲ ਦਾ ਅਧਿਐਨ ਬਹੁਤ ਜ਼ਰੂਰੀ ਹੈ। ਭੂਗੋਲ ਯਾਨੀ ਜੀਓਗ੍ਰਾਫੀ। ਬੱਚਿਓ ਜੇਕਰ ਤੁਸੀਂ ਇਹ ਸਲਾਈਡ ਵਿੱਚ ਦੇਖੋ, ਇਹ ਫੋਟੋ ਤੁਸੀਂ ਦੇਖ ਰਹੇ ਹੋ, ਇਹ ਹੈ ਸਿੰਧੂ ਘਾਟੀ ਦੀ ਸਭਿਅਤਾ, ਠੀਕ ਹੈ। ਸਿੰਧੂ ਘਾਟੀ ਦੀ ਸਭਿਅਤਾ, ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਸਿੰਧੂ ਘਾਟੀ ਦੀ ਸਭਿਅਤਾ ਕਿੱਥੇ ਹੈ ਤੇ ਕੀ ਤੁਸੀਂ ਦੱਸ ਪਾਓਗੇ? ਨੋ ਡਾਊਟ ਤੁਸੀਂ ਇਹ ਜ਼ਰੂਰ ਪੜਿਆ ਹੋਵੇਗਾ ਕਿ ਸਿੰਧੂ ਘਾਟੀ ਦੀ ਸਭਿਅਤਾ ਹੈ ਜੋ ਕਿ ਬਹੁਤ ਹੀ ਪ੍ਰਾਚੀਨ ਹੈ, ਪਰ ਕੀ ਤੁਸੀਂ ਆਪਣੇ ਦਿਮਾਗ ਵਿੱਚ ਇੱਕ ਆਈਡੀਆ ਲਾ ਸਕਦੇ ਹੋ ਜਾਂ ਤੁਹਾਨੂੰ ਐਗਜ਼ੈਕਟ ਪਤਾ ਹੈਗਾ ਕਿ ਸਿੰਧੂ ਘਾਟੀ ਦੀ ਸਭਿਅਤਾ ਹੈ ਕਿੱਥੇ? ਆਓ ਜਾਣੀਏ। ਦੇਖੋ ਇਸ ਮੈਪ ਵਿੱਚ ਤੁਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਯਾਨੀ ਕਿ ਸਿੰਧੂ ਘਾਟੀ ਦੀ ਸਭਿਅਤਾ ਨੂੰ ਲੋਕੇਟ ਕਰ ਸਕਦੇ ਹੋ, ਇੱਕ ਆਈਡੀਆ ਬਣਾ ਸਕਦੇ ਹੋ ਕਿ ਇਹ ਇੰਡਸ ਵੈਲੀ ਸਿਵਲਾਈਜੇਸ਼ਨ ਇੱਥੇ ਹੈ, ਸਿੰਧੂ ਘਾਟੀ ਦੀ ਸਭਿਅਤਾ ਇੱਥੇ ਹੈ।
ਬੱਚਿਓ ਜਿਵੇਂ ਕਿ ਮੈਂ ਕਿਹਾ ਕਿ ਭੂਗੋਲਿਕ ਜਾਣਕਾਰੀ ਬਹੁਤ ਜ਼ਰੂਰੀ ਹੈ ਤੇ ਆ ਪ੍ਰਾਚੀਨ ਕਾਲ ਦੀਆਂ ਜਿਹੜੀਆਂ ਹੈਗੀਆਂ ਹੜੱਪਾ, ਮੇਹਰਗੜ੍ਹ, ਮੋਹਿੰਜੋਦਾੜੋ, ਲੋਥਲ, ਇਹ ਵੀ ਬਹੁਤ ਹੀ ਪ੍ਰਾਚੀਨ ਸਭਿਅਤਾਵਾਂ ਹੈਗੀਆਂ ਤੇ ਬੱਚਿਓ ਤੁਸੀਂ ਜਿਵੇਂ ਕਿ ਇਸ ਇੰਡੀਆ ਦੇ ਮੈਪ 'ਚ ਵੇਖ ਸਕਦੇ ਹੋ ਇਹ ਕਿੱਥੇ ਕਿੱਥੇ ਨੇ। ਹੁਣ ਮੈਂ ਆਸ਼ਾ ਕਰਦੀ ਹਾਂ ਬੱਚਿਓ ਕਿ ਤੁਹਾਨੂੰ ਜ਼ਰੂਰ ਪਤਾ ਲੱਗ ਗਿਆ ਹੋਵੇਗਾ ਸਿੰਧੂ ਘਾਟੀ ਦੀ ਸਭਿਅਤਾ ਕਿੱਥੇ ਹੈ ਤੇ ਆ ਜਿਹੜੀਆਂ ਪ੍ਰਾਚੀਨ ਹੋਰ ਸਭਿਅਤਾਵਾਂ ਹੈ ਕਿੱਥੇ ਕਿੱਥੇ ਨੇ। ਆ ਵੀ ਹੈ ਬੱਚਿਓ ਏਸ਼ੀਅਨ ਇੰਡੀਆ ਮੈਪ। ਜਦੋਂ ਆਪਾਂ ਕਿੱਥੇ ਦੀ ਗੱਲ ਕਰਦੇ ਹਾਂ ਤੇ ਸਿਰਫ ਜਗਾਵਾਂ ਦੀ ਗੱਲ ਨਹੀਂ ਕਰਾਂਗੇ, ਅਸੀਂ ਨਦੀਆਂ ਦੀ ਗੱਲ ਵੀ ਕਰਾਂਗੇ ਔਰ ਜਿਹੜੇ ਮੁੱਖ ਰਾਜ ਸੀਗੇ ਜਿੱਥੇ ਜਿੱਥੇ ਵੱਡੇ ਵੱਡੇ ਰਾਜੇ ਆਏ ਉਹਨਾਂ ਦੀ ਗੱਲ ਵੀ ਕਰਾਂਗੇ। ਪਹਿਲਾਂ ਆਪਾਂ ਦੇਖਦੇ ਹਾਂ ਨਦੀਆਂ, ਜਿਵੇਂ ਆ ਸਰਸਵਤੀ ਨਦੀ ਹੈ, ਇੰਡਸ, ਸ਼ਤੁਦਰੀ, ਗੰਗਾ, ਯਮੁਨਾ। ਬੱਚਿਓ ਇਹ ਤੁਹਾਨੂੰ ਭੂਗੋਲਿਕ ਜਾਣਕਾਰੀ ਹੋਵੇਗੀ ਤਾਂ ਹੀ ਇਤਿਹਾਸ ਬਾਰੇ ਤੁਸੀਂ ਜਾਣ ਪਾਓਗੇ। ਇਸ ਕਰਕੇ ਮੈਂ ਇਹ ਤੁਹਾਨੂੰ ਕਹਿਣਾ ਚਾਹੂੰਗੀ ਕਿ ਇਤਿਹਾਸ ਤੇ ਭੂਗੋਲ यानी कि हिस्ट्री ਅਤੇ ज्योग्राफी आपस ਵਿੱਚ रिलेटेड ने, आपस ਵਿੱਚ संबंधित ने। जे तुसी ज्योग्राफी पढ़ोगे तो इतिहास जान पाओगे। ठीक है बच्चों, ये नेक्स्ट स्लाइड ते तुसी देखो मौर्यों दा एम्पायर्स किथे किथे मुख राज सीगे। तक्षशिला, इंद्रप्रस्थ, मथुरा, पटाला, बोध गया, पाटलिपुत्र, उज्जैन, सांची। ਤੇ ਬੱਚਿਓ ਤੁਸੀਂ ਹੁਣ ਇਸ ਨੂੰ ਆਪਣੇ ਮਾਈਂਡ ਵਿੱਚ ਜ਼ਰੂਰ ਰੱਖਣਾ ਕਿ ਜੀਓਗ੍ਰਾਫੀ ਜ਼ਰੂਰ ਪੜੋ ਇਤਿਹਾਸ ਨੂੰ ਜਾਣਨ ਲਈ। ਆ ਜਿਵੇਂ ਕਿ ਇਸ ਮੈਪ ਵਿੱਚ ਤੁਸੀਂ ਦੇਖ ਰਹੇ ਹੋ ਗੁਪਤਾ ਐਮਪਾਇਰ, ਉਹਨਾਂ ਦੇ ਮੁੱਖ ਰਾਜ ਕਿੱਥੇ ਕਿੱਥੇ ਸੀਗੇ। ਪਾਟਲੀਪੁੱਤਰ, ਆਂਧਰਾਜ, ਪੱਲਵਾਜ। ਤੇ ਬੱਚਿਓ ਇਹ ਤਾਂ ਸੀਗਾ ਸਾਡਾ ਕਿੱਥੇ ਦਾ ਕਨਸੈਪਟ। ਹੁਣ ਅਸੀਂ ਅੱਗੇ ਵਧਾਂਗੇ ਕਿਵੇਂ, ਯਾਨੀ ਕਿ ਹਾਊ। ਅਸੀਂ ਕੁਝ ਵੀ ਜਾਣਨ ਲਈ ਕਿਸੇ ਨਾ ਕਿਸੇ ਸਰੋਤਾਂ ਦਾ ਹਮੇਸ਼ਾ ਇਸਤੇਮਾਲ ਕਰਦੇ ਹਾਂ। ਜਿਵੇਂ ਕਿ ਸਾਨੂੰ ਕੋਈ ਨਿਊਜ਼ ਲੈਣੀ ਹੈ, ਅਸੀਂ ਇੰਟਰਨੈਟ ਦਾ ਉਪਯੋਗ ਕਰਦੇ ਹਾਂ, ਨਿਊਜ਼ਪੇਪਰਸ ਪੜ੍ਹਦੇ ਹਾਂ, ਬੁੱਕਸ ਪੜ੍ਹਦੇ ਹਾਂ ਜਾਂ ਵੱਖ-ਵੱਖ ਜਗ੍ਹਾਵਾਂ ਤੇ ਵਿਜ਼ਿਟ ਕਰਦੇ ਹਾਂ। ਜਿਵੇਂ ਕਿ ਕੋਈ ਲਾਲ ਕਿਲਾ ਲਗਾ ਲਓ ਜਾਂ ਫਿਰ ਤੁਸੀਂ ਕਿਤੇ ਗੁਰਦੁਆਰਾ ਸਾਹਿਬ ਗਏ ਹੋ ਮੱਥਾ ਟੇਕਣ, ਤੇ ਉਹ ਸਾਰੇ ਸਾਡੇ ਲਈ ਸਰੋਤ ਦਾ ਕੰਮ ਕਰਦੇ ਨੇ ਇਤਿਹਾਸ ਜਾਣਨ ਲਈ। ਤੇ ਆ ਸੋਰਸਸ ਜਿਹੜੇ ਨੇ, ਸਰੋਤ ਜਿਹੜੇ ਨੇ ਬੱਚਿਓ ਇਹ ਵੀ ਵੱਖ-ਵੱਖ ਪ੍ਰਕਾਰ ਦੇ ਨੇ। ਇੱਥੇ ਆਪਾਂ ਦੋ ਪ੍ਰਕਾਰ ਦੇ ਸਰੋਤ ਪੜਾਂਗੇ, ਜਿਹੜੇ ਹੈ ਪ੍ਰਾਇਮਰੀ ਸਰੋਤ ਤੇ ਸੈਕੰਡਰੀ ਸਰੋਤ। ਪਹਿਲਾਂ ਆਪਾਂ ਇੱਥੇ ਗੱਲ ਕਰਾਂਗੇ ਪ੍ਰਾਇਮਰੀ ਸਰੋਤ ਦੇ। ਇਹ ਉਹ ਸਰੋਤ ਹਨ ਜਿਸ ਸਮੇਂ ਦੀ ਉਹ ਘਟਨਾ ਵਾਪਰੀ ਹੋਵੇ। ਇਟ ਪ੍ਰੋਵਾਈਡਸ ਫਰਸਟ ਹੈਂਡ ਇਨਫੋਰਮੇਸ਼ਨ। ਬੱਚਿਓ ਇਹ ਪ੍ਰਾਇਮਰੀ ਸੋਰਸਸ ਉਹ ਨੇ, ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਕਿ ਸਪੋਜ਼ ਮੰਨ ਲਓ ਤੁਸੀਂ ਕਿਸੇ ਟ੍ਰਿਪ ਤੇ ਗਏ ਜਾਂ ਫਿਰ ਆਪਣੀ ਘਰਦਿਆਂ ਨਾਲ ਕਿਤੇ ਤੁਸੀਂ ਘੁੰਮਣ ਗਏ ਹੋ ਤੇ ਉਸ ਵੇਲੇ ਤੁਸੀਂ ਕੁਝ ਤਸਵੀਰਾਂ ਵੀ ਕਲਿੱਕ ਕਰੋਗੇ, ਹੈਨਾ, ਤੇ ਉਸ ਤਸਵੀਰਾਂ ਨੂੰ ਤੁਸੀਂ ਬਾਅਦ ਵਿੱਚ ਆਪਣੇ ਦੋਸਤਾਂ ਨੂੰ ਦਿਖਾ ਸਕਦੇ ਹੋ ਕਿ ਅਸੀਂ ਇੱਥੇ ਘੁੰਮਣ ਗਏ ਸੀ। ਇਹ ਤਾਂ ਨਹੀਂ ਹੈ ਨਾ ਬੱਚਿਓ ਕਿ ਤੁਸੀਂ ਗਏ 5 ਤਰੀਕ ਨੂੰ ਤੇ 6 ਤਰੀਕ ਨੂੰ ਤੁਸੀਂ ਤਸਵੀਰਾਂ ਕਲਿੱਕ ਕਰ ਰਹੇ ਹੋ, ਨਹੀਂ। ਤੇ ਇਹ ਸੋਰਸਸ ਉਹ ਹੁੰਦੇ ਨੇ ਜੋ ਉਸੇ ਟਾਈਮ ਤੇ ਕ੍ਰੀਏਟ ਕੀਤੇ ਜਾਂਦੇ ਨੇ, ਲਿਖੇ ਜਾਂਦੇ ਨੇ। ਜਿਵੇਂ ਤਸਵੀਰਾਂ ਨੇ ਖਿੱਚੀਆਂ ਜਾਂਦੀਆਂ ਨੇ, ਕੋਈ ਭਾਸ਼ਣ ਹੁੰਦੇ ਨੇ, ਉਸ ਸਮੇਂ ਤੁਸੀਂ ਉੱਥੇ ਮੌਜੂਦ ਹੋ, ਉਹ ਸਾਰੇ ਸਾਡੇ ਪ੍ਰਾਇਮਰੀ ਸੋਰਸਸ ਨੇ। ਉਦਾਹਰਨ ਦੇ ਤੌਰ ਤੇ ਬੱਚਿਓ ਦੇਖੋ ਤਸਵੀਰਾਂ। ਇਹ ਤਸਵੀਰ ਤੁਸੀਂ ਦੇਖ ਰਹੇ ਹੋ, ਇਹ ਇੱਥੇ ਤੁਹਾਨੂੰ ਜਵਾਹਰ ਲਾਲ ਨਹਿਰੂ ਦਿਖ ਰਹੇ ਨੇ, ਇਹ ਲਾਰਡ ਮਾਊਂਟਬੈਟਨ ਨੇ। ਇਹ ਬੱਚਿਓ ਉਸ ਸਮੇਂ ਦੀ ਤਸਵੀਰ ਖਿੱਚੀ ਗਈ ਹੈ ਜਦੋਂ ਭਾਰਤ ਆਜ਼ਾਦ ਹੋਇਆ ਸੀ। ਤੇ ਇਹ ਜਿਹੜੇ ਅੰਗਰੇਜ਼ ਨੇ, ਲਾਰਡ ਮਾਊਂਟਬੈਟਨ ਨੇ, ਲਾਸਟ ਵਾਇਸਰਾय ਸੀਗੇ। ਇਹ ਸਾਡੇ ਨੈਸ਼ਨਲ ਫਲੈਗ ਯਾਨੀ ਕਿ ਸਾਡੇ ਨੈਸ਼ਨਲ ਝੰਡੇ ਨੂੰ ਇਹ ਸਲੂਟ ਕਰ ਰਹੇ ਨੇ। ਤੇ ਬੱਚਿਓ ਆ ਤਸਵੀਰ ਕਲਿੱਕ ਕੀਤੀ ਗਈ, ਖਿੱਚੀ ਗਈ ਇਹ ਤਸਵੀਰ ਸਾਡਾ ਇੱਕ ਸਰੋਤ ਬਣੀ ਕਿ ਅੰਗਰੇਜ਼ ਭਾਰਤ ਵਿੱਚ ਆਏ ਸੀਗੇ ਤੇ ਜਾਣ ਲੱਗੇ ਉਹ ਪੂਰੇ ਸਨਮਾਨ ਨਾਲ ਭਾਰਤ ਨੂੰ ਛੱਡ ਕੇ ਗਏ ਸੀਗੇ। ਬੱਚਿਓ ਹੋਰ ਜਿਹੜੇ ਪ੍ਰਾਇਮਰੀ ਸੋਰਸਸ ਨੇ ਉਹ ਨੇ ਸਰਕਾਰੀ ਦਸਤਾਵੇਜ਼, ਅਖਬਾਰਾਂ। ਸਰਕਾਰੀ ਦਸਤਾਵੇਜ਼ ਇਹ ਹੁੰਦੇ ਗਵਰਨਮੈਂਟ ਕੋਲ, ਸਰਕਾਰ ਕੋਲ ਜਾਂ ਕਿਸੇ ਆਫਿਸਿਸ ਵਿੱਚ। ਇਹ ਬਹੁਤ ਹੀ ਸੰਭਾਲ ਕੇ ਰੱਖੇ ਜਾਂਦੇ ਨੇ ਬੱਚਿਓ ਤਾਂ ਕਿ ਇਸ ਨੂੰ ਅਸੀਂ ਪੜ੍ਹ ਸਕੀਏ ਤੇ ਅੱਗੇ ਅਸੀਂ ਇਤਿਹਾਸ ਨੂੰ ਜਾਣ ਸਕੀਏ। ਜਿਵੇਂ ਕਿ ਆਉਣ ਵਾਲੀ ਜਨਰੇਸ਼ਨਸ, ਆਉਣ ਵਾਲੇ ਬੱਚੇ ਇਸ ਨੂੰ ਪੜ੍ਹਨਗੇ ਤਾਂ ਹੀ ਉਹ ਜਾਣ ਪਾਣਗੇ ਕਿ ਇਹ ਇਤਿਹਾਸ ਕੀ ਸੀ, ਆਪਸ ਚ ਕਿਵੇਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ।
ਤੇ ਆ ਨਿਊਜ਼ਪੇਪਰ ਵੀ ਤੁਸੀਂ ਇੱਥੇ ਦੇਖ ਰਹੇ ਹੋ, ਜਿਵੇਂ ਦ ਟ੍ਰਿਬਿਊਨ। ਇਹ ਨਿਊਜ਼ਪੇਪਰਸ ਪਹਿਲਾਂ ਵੀ ਛਪਦੇ ਸੀਗੇ, ਟਾਈਮਸ ਆਫ ਇੰਡੀਆ, ਦ ਟ੍ਰਿਬਿਊਨ, ਇਹ ਅੱਜ ਵੀ ਛਪ ਰਹੇ ਨੇ। ਤੇ ਬੱਚਿਓ ਜਿਹੜੇ ਆ ਨਿਊਜ਼ਪੇਪਰਸ ਪਹਿਲਾਂ ਛਪ ਰਹੇ ਨੇ, ਇਸ ਨੂੰ ਅਸੀਂ ਪੜ੍ਹ ਕੇ ਸਮਝ ਸਕਦੇ ਹਾਂ ਕਿ ਪਹਿਲਾਂ ਕੀ ਵਾਪਰਿਆ ਸੀਗਾ, ਤੇ ਇਹ ਐਜ਼ ਅ ਪ੍ਰਾਇਮਰੀ ਸੋਰਸ ਸਾਡੇ ਲਈ ਕੰਮ ਕਰਦੇ ਨੇ। ਬੱਚਿਓ ਆ ਦੇਖੋ ਭਾਸ਼ਣ ਦੀ ਤਸਵੀਰ ਹੈ। ਭਾਸ਼ਣ ਹੁਣ ਅਸੀਂ ਇੱਥੇ ਸੁਣਾਇਆ ਤਾਂ ਨਹੀਂ ਹੈ, ਪਰ ਤੁਹਾਨੂੰ ਆ ਮੈਂ ਦਿਖਾਣੀ ਹੈਗੀ ਹੈ ਕਿ ਅਬਦੁਲ ਕਲਾਮ ਜੀ ਨੇ ਤੇ ਇਹਨਾਂ ਨੇ ਭਾਸ਼ਣ ਦਿੱਤਾ ਹੈ ਜਿਵੇਂ ਕੋਈ, ਤੇ ਇਹ ਸਾਡੇ ਲਈ ਪ੍ਰਾਇਮਰੀ ਸੋਰਸ ਹੈ। ਜਿਵੇਂ ਇਹਦੀ ਰਿਕਾਰਡਿੰਗ ਹੋਈ ਹੋਵੇਗੀ ਤੇ ਉਹ ਰਿਕਾਰਡਿੰਗ ਸਾਡੇ ਲਈ ਪ੍ਰਾਇਮਰੀ ਸੋਰਸ ਹੈ, ਕਿਉਂਕਿ ਉਹ ਉਸ ਵੇਲੇ ਹੀ ਰਿਕਾਰਡਿੰਗ ਹੋਈ ਸੀਗੀ। ਤੇ ਬੱਚਿਓ ਇਤਿਹਾਸਿਕ ਇਮਾਰਤਾਂ ਤੁਸੀਂ ਇਸ ਸਲਾਈਡ ਵਿੱਚ ਦੇਖ ਰਹੇ ਹੋ, ਵੱਖ-ਵੱਖ ਇਤਿਹਾਸਿਕ ਇਮਾਰਤਾਂ, ਤਾਜ ਮਹਿਲ, ਹਵਾ ਮਹਿਲ, ਕੁਤੁਬ ਮੀਨਾਰ, ਹੋਰ ਵੀ ਕਿੰਨੀਆਂ ਹੀ ਇਤਿਹਾਸਿਕ ਇਮਾਰਤਾਂ ਨੇ ਜੋ ਇਤਿਹਾਸ ਨੂੰ ਬਿਆਨ ਕਰਦੀਆਂ ਨੇ। ਇਸ ਤੋਂ ਇਹਨਾਂ ਸਾਰੀਆਂ ਇਮਾਰਤਾਂ ਤੋਂ ਸਾਨੂੰ ਸਿਰਫ ਇਹੀ ਨਹੀਂ ਪਤਾ ਲੱਗਦਾ ਕਿ ਇਹ ਕਿੰਨੀ ਵਧੀਆ ਨੇ, ਬਲਕਿ ਇਹ ਵੀ ਪਤਾ ਲੱਗਦਾ ਹੈ ਕਿ ਉਹ ਕਿਸ ਸਟਾਈਲ ਨਾਲ ਬਣਾਈਆਂ ਜਾਂਦੀਆਂ ਸੀਗੀਆਂ, ਉਹਦੇ ਵਿੱਚ ਕੀ ਚੀਜ਼ਾਂ ਇਸਤੇਮਾਲ ਕੀਤੀਆਂ ਜਾਂਦੀਆਂ ਸੀਗੀਆਂ ਉਸ ਨੂੰ ਬਣਾਉਣ ਲਈ। ਜਿਵੇਂ ਕਿ ਆ ਤੁਸੀਂ ਕੇਸ਼ਗੜ੍ਹ ਗੁਰਦੁਆਰਾ ਸਾਹਿਬ ਦੇਖ ਰਹੇ ਹੋ, ਇੱਥੇ ਹਿਮਾਯੂ ਦਾ ਟੌਮ ਦੇਖ ਰਹੇ ਹੋ, ਇਹ ਕਿੰਨਾ ਵੱਡਾ ਬਣਿਆ ਹੋਇਆ ਹੈ। ਤੇ ਆ ਗ੍ਰੇਟ ਵਾਲ ਆਫ ਚਾਈਨਾ ਹੈ, ਜੋ ਕਿ ਵਰਲਡ ਦੀ ਸਭ ਤੋਂ ਵੱਡੀ ਵਾਲ ਹੈ, ਬਹੁਤ ਹੀ ਮਜ਼ਬੂਤ ਬਣਾਈ ਗਈ ਹੈ। ਆ ਫਤਿਹਪੁਰ ਸਿਕਰੀ ਦਾ ਫੋਰਟ ਹੈ। ਬੱਚਿਓ ਇਸ ਸਲਾਈਡ ਤੋਂ ਸਾਨੂੰ, ਇਸ ਸਰੋਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਡਿਫਰੈਂਟ ਸੋਰਸਸ ਸਾਨੂੰ ਇਤਿਹਾਸ ਬਾਰੇ ਦੱਸਦੇ ਨੇ। ਆ ਜਿਵੇਂ ਸ਼ਿਲਾਲੇਖ, ਬੁੱਤ ਕਲਾ, ਇਹ ਵੀ ਪ੍ਰਾਇਮਰੀ ਸੋਰਸ ਹੈ, ਕਿਉਂਕਿ ਬੱਚਿਓ ਇਹ ਉਸੇ ਸਮੇਂ ਦੀ ਹੈ ਜਿਸ ਸਮੇਂ ਉਹ ਚੀਜ਼ਾਂ ਹੁੰਦੀਆਂ ਸੀਗੀਆਂ। ਆ ਸ਼ਿਲਾਲੇਖ ਨੇ, ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਬਹੁਤ ਹੀ ਵੱਡੇ ਪੱਥਰ ਤੇ ਕੁਝ ਐਨਗ੍ਰੇਵ ਕੀਤਾ ਹੋਇਆ ਹੈ, ਲਿਖਿਆ ਹੋਇਆ ਹੈ। ਬੱਚਿਓ ਇਹ ਭਾਸ਼ਾ ਤੇ ਤੁਹਾਨੂੰ ਨਹੀਂ ਸਮਝ ਆਏਗੀ, ਪਰ ਇਹ ਉਸ ਸਮੇਂ ਦੀ ਭਾਸ਼ਾ ਹੈ ਜਦੋਂ ਇਹ ਸ਼ਿਲਾਲੇਖ ਲਿਖਿਆ ਗਿਆ ਹੈ, ਤੇ ਅਸੀਂ ਇਸ ਸ਼ਿਲਾਲੇਖ ਤੋਂ ਇਹ ਜਾਣ ਸਕਦੇ ਹਾਂ ਕਿ ਉਸ ਵੇਲੇ ਕਿਹੜੀ ਭਾਸ਼ਾਵਾਂ ਇਸਤੇਮਾਲ ਕੀਤੀਆਂ ਜਾਂਦੀਆਂ ਸੀਗੀਆਂ ਤੇ ਉਸ ਸਮੇਂ 'ਚ ਕੀ ਹੁੰਦਾ ਸੀਗਾ। ਤੇ ਨੈਕਸਟ ਜਿਹੜਾ ਹੈਗਾ ਹੈ ਬੁੱਤ ਕਲਾ। ਬੁੱਤ ਕਲਾ ਤੋਂ ਬੱਚਿਓ ਅਸੀਂ ਇਹ ਜਾਣਦੇ ਹਾਂ ਕਿ ਉਸ ਵੇਲੇ ਦੇ ਲੋਕ ਦੇਖਣ ਨੂੰ ਕਿਵੇਂ ਸੀਗੇ, ਕਿਵੇਂ ਦੇ ਉਹ ਕੱਪੜੇ ਪਾਉਂਦੇ ਸੀਗੇ, ਰਾਜੇ ਮਹਾਰਾਜੇ ਕਿਵੇਂ ਦੇ ਸੀਗੇ, ਤੇ ਇਹ ਸਾਰੀਆਂ ਚੀਜ਼ਾਂ ਬੱਚਿਓ ਸਾਨੂੰ ਪ੍ਰਾਇਮਰੀ ਸੋਰਸਿਸ ਤੋਂ ਪਤਾ ਚੱਲਦੀਆਂ ਨੇ। ਪੇਂਟਿੰਗਸ ਵੀ ਬਹੁਤ ਵੱਡਾ ਰੋਲ ਨਿਭਾਉਂਦੀਆਂ ਨੇ ਬੱਚਿਓ ਇਹਦੇ ਇਤਿਹਾਸ ਨੂੰ ਜਾਣਨ ਲਈ, ਐਜ਼ ਅ ਪ੍ਰਾਇਮਰੀ ਸੋਰਸ, ਪ੍ਰਾਇਮਰੀ ਸਰੋਤ। ਤੇ ਚਿੱਤਰਕਾਰੀ, ਜਿਵੇਂ ਤੁਸੀਂ ਆ ਦੇਖ ਰਹੇ ਹੋ, ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਬੈਠੇ ਹੋਏ ਨੇ, ਉਹਨਾਂ ਦੇ ਪੂਰੇ ਮਹਿਲ ਦੀ ਆ ਤਸਵੀਰ ਹੈ। ਇਹ ਪੇਂਟਿੰਗ ਉਸ ਵੇਲੇ ਦੀ ਹੈਗੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਸੀਗੇ, ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਚਿੱਤਰਕਾਰੀ ਬਣਾਈ ਗਈ ਹੈ ਚਿੱਤਰਕਾਰ ਨੇ। ਜਿਵੇਂ ਉਹਦੇ ਮਹਿਲ ਵਿੱਚ ਕਿੰਨੇ ਸਾਰੇ ਲੋਕ ਆ ਕੇ ਬੈਠਦੇ ਸੀਗੇ, ਉਹ ਕਿਵੇਂ ਆਪਣੇ ਡਿਸੀਜਨਸ ਦਿੰਦੇ ਸੀਗੇ ਲੋਕਾਂ ਨੂੰ, ਕਿਵੇਂ ਫੈਸਲੇ ਦਿੰਦੇ ਸੀਗੇ, ਕੋਈ ਵੀ ਲੜਾਈ ਹੋ ਜਾਵੇ, ਕੋਈ ਵੀ ਦੇਸ਼ ਲਈ ਫੈਸਲਾ ਲੈਣਾ ਹੈ, ਉਹ ਕਿਵੇਂ ਲੈਂਦੇ ਸੀਗੇ। ਇਸ ਤਸਵੀਰ ਤੋਂ ਅਸੀਂ ਬਹੁਤ ਕੁਝ ਜਾਣ ਸਕਦੇ ਹਾਂ ਕਿ ਉਹਨਾਂ ਦੇ ਮਹਿਲ ਦੇ ਡਿਜ਼ਾਈਨ ਕਿਵੇਂ ਦੇ ਸੀਗੇ। ਤਾਂ ਬੱਚਿਓ ਇਹ ਤਸਵੀਰਾਂ ਸਾਡੇ ਲਈ ਪ੍ਰਾਇਮਰੀ ਸਰੋਤ ਦਾ ਕੰਮ ਕਰਦੀਆਂ ਨੇ। ਬੱਚਿਓ ਜਿਵੇਂ ਕਿ ਆਪਾਂ ਇੱਕ ਸਰੋਤ ਦੀ ਗੱਲ ਕਰ ਚੁੱਕੇ ਹਾਂ, ਪ੍ਰਾਇਮਰੀ ਸਰੋਤ, ਹੁਣ ਅਸੀਂ ਗੱਲ ਕਰਾਂਗੇ ਸੈਕੰਡਰੀ ਸਰੋਤ। ਪ੍ਰਾਇਮਰੀ ਸਰੋਤ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਏ ਹੋਣਗੇ। ਅਸੀਂ ਇੱਕ ਵਾਰੀ ਰਿਵਾਈਜ਼ ਵੀ ਕਰ ਲਾਂਗੇ ਬੱਚਿਓ, ਤੇ ਤੁਹਾਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈਗੀ ਹੈ ਕਿ ਸਾਨੂੰ ਯਾਦ ਨਹੀਂ ਰਹਿਣਾ ਕੁਝ, ਆਪਾਂ ਰਿਵਾਈਜ਼ ਕਰਾਂਗੇ, ਸੋ ਡੋਂਟ ਵਰੀ। ਸੈਕੰਡਰੀ ਸਰੋਤ ਹੁੰਦੇ ਨੇ ਬੱਚਿਓ, ਇਹ ਸਰੋਤ ਉਹ ਹਨ ਜੋ ਘਟਨਾ ਵਾਪਰਨ ਤੋਂ ਬਾਅਦ ਵਿੱਚ ਲਿਖੇ ਗਏ ਹਨ। ਜਿਵੇਂ ਕਿ ਮੈਂ ਬੱਚਿਓ ਤੁਹਾਨੂੰ ਦੱਸਿਆ ਕਿ ਕੋਈ ਸਪੀਚ ਹੋਈ, ਭਾਸ਼ਣ ਹੋਇਆ, ਤੇ ਉਹ ਸਪੀਚ ਤਾਂ ਜਦੋਂ ਅਸੀਂ ਉਹਨੂੰ ਲਾਈਵ ਸੁਣਿਆ ਤੇ ਉਹ ਪ੍ਰਾਇਮਰੀ ਸੋਰਸ ਬਣ ਗਈ, ਪਰ ਜਦੋਂ ਅਸੀਂ ਉਹਨੂੰ ਲਿਖਾਂਗੇ, ਉਹਦੇ ਬਾਰੇ ਲਿਖਾਂਗੇ ਤੇ 5-6 ਲੋਕਾਂ ਨੂੰ ਹੋਰ ਦੱਸਾਂਗੇ, ਤੇ ਉਹ ਜਿਹੜਾ ਸਰੋਤ ਹੈ ਸੈਕੰਡਰੀ ਸਰੋਤ ਬਣ ਜਾਊਗਾ। ਜਿਵੇਂ ਕਿ provides second hand information, talks about primary sources। ਇਹ ਜਿਹੜੇ ਸੈਕੰਡਰੀ ਸਰੋਤ ਨੇ ਬੱਚਿਓ ਪ੍ਰਾਇਮਰੀ ਸਰੋਤ ਦੇ ਬਾਰੇ ਗੱਲ ਕਰਦੇ ਨੇ। ਉਦਾਹਰਨ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਪੁਸਤਕਾਂ। ਆ ਦੇਖੋ ਬੱਚਿਓ, ਪੁਸਤਕਾਂ ਜਦੋਂ ਅਸੀਂ ਪੜ੍ਹਦੇ ਹਾਂ, ਇਟ ਮੀਨਸ ਅਸੀਂ ਸੈਕੰਡਰੀ ਸਰੋਤ ਪੜ੍ਹ ਰਹੇ ਹਾਂ, ਜੋ ਚੀਜ਼ਾਂ ਆਲਰੇਡੀ ਹੋ ਚੁੱਕੀਆਂ ਨੇ,
ਵਾਪਰ ਚੁੱਕੀਆਂ ਨੇ ਘਟਨਾਵਾਂ, ਉਹ ਅਸੀਂ ਪੁਸਤਕਾਂ ਦੁਆਰਾ ਪੜ੍ਹਦੇ ਹਾਂ ਤੇ ਸਾਨੂੰ ਸੈਕੰਡ ਹੈਂਡ ਇਨਫੋਰਮੇਸ਼ਨ ਮਿਲ ਰਹੀ ਹੈ। ਤੇ ਆ ਦੇਖੋ, ਜਿਵੇਂ ਬੱਚਿਓ ਆਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਲਾਇਬ੍ਰੇਰੀ ਤੁਸੀਂ ਗਏ ਹੋ ਬੱਚਿਓ ਆਪਣੇ ਸਕੂਲ ਦੀ? ਜੇ ਜਾਂਦੇ ਹੋ ਤੇ ਬਹੁਤ ਵਧੀਆ ਗੱਲ ਹੈ, ਜੇ ਨਹੀਂ ਜਾਂਦੇ ਹੋ ਤੇ ਪਲੀਜ਼ ਬੱਚਿਓ ਤੁਸੀਂ ਜ਼ਰੂਰ ਜਾਓ। ਇਹ ਮੈਂ ਰਿਕੁਐਸਟ ਕਰਾਂਗੀ ਟੀਚਰਸ ਨੂੰ ਕਿ ਬੱਚਿਆਂ ਨੂੰ ਲਾਇਬ੍ਰੇਰੀ ਵਿਜ਼ਿਟ ਜ਼ਰੂਰ ਕਰਾਉਣ। ਲਾਇਬ੍ਰੇਰੀ ਜਾਣ ਨਾਲ ਬੱਚਿਆਂ ਦੀ ਆਦਤ ਪੈਂਦੀ ਹੈ ਬੁੱਕਸ ਪੜ੍ਹਨ ਦੀ, ਉਹਨਾਂ ਨੂੰ ਔਰ ਰੋਚਕ ਲੱਗਦਾ ਹੈ ਕਿਸੇ ਚੀਜ਼ ਬਾਰੇ ਜਾਣਨਾ। ਇੰਨੀਆਂ ਪੁਸਤਕਾਂ ਦੇਖ ਕੇ ਬੱਚੇ ਜ਼ਰੂਰ ਖੁਸ਼ ਹੋਣਗੇ। ਤੇ ਬੱਚਿਓ ਇਹ ਲਾਇਬ੍ਰੇਰੀ ਦੀ ਪਿਕਚਰ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਤੇ ਇਹ ਬਹੁਤ ਸਾਰੀ ਪੁਸਤਕਾਂ ਨੇ ਤੇ ਮੈਂ ਉਮੀਦ ਕਰਦੀ ਹਾਂ ਬੱਚਿਓ ਤੁਸੀਂ ਆਪਣੀ ਪੁਸਤਕਾਂ ਬਹੁਤ ਹੀ ਧਿਆਨ ਨਾਲ ਪੜ੍ਹੋਗੇ। ਸੈਕੰਡ ਜਿਹੜਾ ਹੈਗਾ ਹੈ ਸਾਡਾ ਸੈਕੰਡਰੀ ਸਰੋਤ, ਉਹਦੇ ਵਿੱਚ ਪੁਸਤਕਾਂ ਤੋਂ ਬਾਅਦ ਆਉਂਦੀਆਂ ਨੇ ਮੈਗਜ਼ੀਨਸ, ਐਨਸਾਈਕਲੋਪੀਡੀਆਜ਼। ਮੈਗਜ਼ੀਨਸ ਬੱਚਿਓ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ, ਬਟ ਤੁਸੀਂ ਉਹੀ ਮੈਗਜ਼ੀਨਸ ਪੜ੍ਹਨੀਆਂ ਹੈ ਜਿਹੜੀਆਂ ਨੌਲੇਜ ਤੁਹਾਨੂੰ ਦਿੰਦੀਆਂ ਨੇ। ਨੌਲੇਜੇਬਲ ਮੈਗਜ਼ੀਨਸ ਪੜ੍ਹੋ ਜਿਹਦੇ ਵਿੱਚ ਤੁਹਾਡੀ ਪੜ੍ਹਾਈ ਦੇ ਨਾਲ ਰਿਲੇਟਡ ਕੁਝ ਤੁਹਾਨੂੰ ਮਿਲਦਾ ਹੈ। ਇਹ ਮੈਟਰ ਨਹੀਂ ਕਰਦਾ ਹੈ ਕਿ ਉਹ ਇੰਗਲਿਸ਼ 'ਚ ਨੇ ਜਾਂ ਹਿੰਦੀ 'ਚ ਨੇ, ਕਿਸ ਲੈਂਗੁਏਜ 'ਚ ਨੇ, ਜਿਸ ਵਿੱਚ ਵੀ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਬੱਚਿਓ ਉਹ ਮੈਗਜ਼ੀਨ ਜ਼ਰੂਰ ਪੜ੍ਹੋ ਤੇ ਇੱਕ ਹੈਬਿਟ ਬਣਾਓ ਆਪਣੀ ਮੈਗਜ਼ੀਨਸ ਪੜ੍ਹਨ ਦੀ, ਨਿਊਜ਼ਪੇਪਰਸ ਪੜ੍ਹਨ ਦੀ, ਤਾਂ ਕਿ ਤੁਹਾਨੂੰ ਚੀਜ਼ਾਂ ਬਾਰੇ ਪਤਾ ਲੱਗੇ ਤੇ ਤੁਸੀਂ ਬਾਹਰ ਜਾ ਕੇ ਕੌਨਫੀਡੈਂਟਲੀ ਦੱਸ ਸਕੋ ਕਿ ਹਾਂ ਮੈਨੂੰ ਇਸ ਚੀਜ਼ ਦੀ ਨੌਲੇਜ ਹੈ। ਤੇ ਤੁਸੀਂ ਆਪਣੇ ਐਗਜ਼ਾਮਸ ਵਿੱਚ ਵੀ ਐਕਸਟਰਾ ਕੁਝ ਲਿਖ ਸਕਦੇ ਹੋ ਆਪਣੇ ਟੌਪਿਕ ਦੇ ਨਾਲ ਰਿਲੇਟਡ। ਜਿਵੇਂ ਕਿ ਬੱਚਿਓ ਆ ਤਸਵੀਰ ਵੇਖੋ, ਇਹ ਹੈ ਐਨਸਾਈਕਲੋਪੀਡੀਆ ਆਫ ਹਿਸਟਰੀ। ਹੁਣ ਐਨਸਾਈਕਲੋਪੀਡੀਆਜ਼ ਬੱਚਿਓ ਹੁੰਦੇ ਜਿਹਦੇ ਵਿੱਚ A to Z ਇਨਫੋਰਮੇਸ਼ਨ ਤੁਹਾਨੂੰ ਕਿਸੇ ਚੀਜ਼ ਬਾਰੇ ਮਿਲਦੀ ਹੈ। ਕਈ ਐਨਸਾਈਕਲੋਪੀਡੀਆਜ਼ ਵਿੱਚ A B C D ਤੋਂ ਲੈ ਕੇ ਜਿੰਨੀ ਇਨਫੋਰਮੇਸ਼ਨ ਲੈਣੀ ਹੈ, A ਵਰਡ ਤੋਂ ਜਿਹੜੇ ਸ਼ੁਰੂ ਹੁੰਦੇ ਨੇ, A ਐਲਫਾਬੈਟ ਤੋਂ ਜਿਹੜੇ ਵੀ ਵਰਡ ਸ਼ੁਰੂ ਹੁੰਦੇ ਨੇ ਬੱਚਿਓ ਉਹ ਤੁਹਾਨੂੰ ਉਹਦੇ ਵਿੱਚ ਇਨਫੋਰਮੇਸ਼ਨ ਮਿਲਦੀ ਹੈ। ਫਿਰ B ਤੋਂ ਜਿਵੇਂ ਤੁਸੀਂ ਬਾਲ ਲਗਾ ਲਓ, ਬੈਟ ਲਗਾ ਲਓ, ਉਹਦੇ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਮਿਲੇਗੀ। ਤੇ ਬੱਚਿਓ ਇਹ ਬਹੁਤ ਹੀ ਅੱਛਾ ਸਰੋਤ ਹੈ ਇਤਿਹਾਸ ਨੂੰ ਜਾਣਨ ਲਈ, ਕਿਉਂਕਿ ਅਸੀਂ ਜੋ ਵੀ ਚੀਜ਼ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਉਸ ਤੋਂ ਪਹਿਲਾਂ ਉਸ ਵਰਡ ਦਾ ਮੀਨਿੰਗ ਪਤਾ ਹੋਣਾ ਚਾਹੀਦਾ ਹੈ। ਤੇ ਐਨਸਾਈਕਲੋਪੀਡੀਆਜ਼ ਵਿੱਚ ਬਹੁਤ ਹੀ ਵਿਸਤਾਰ ਪੂਰਵਕ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਤੇ ਬੱਚਿਆਂ ਦੇ ਵੀ ਬਹੁਤ ਸਾਰੇ ਐਨਸਾਈਕਲੋਪੀਡੀਆਜ਼ ਮਿਲਦੇ ਨੇ। ਤੇ ਬੱਚਿਓ ਇਹ ਤੁਸੀਂ ਪੜ੍ਹਨ ਦੀ ਕੋਸ਼ਿਸ਼ ਜ਼ਰੂਰ ਕਰੋ। ਬੱਚਿਓ ਜਿਵੇਂ ਕਿ ਅਸੀਂ ਦੇਖਿਆ ਪ੍ਰਾਇਮਰੀ ਸਰੋਤ ਤੇ ਸੈਕੰਡਰੀ ਸਰੋਤ। ਪ੍ਰਾਇਮਰੀ ਸੋਰਸ ਉਹ ਨੇ ਜਿਹੜੇ ਕਿ ਉਸ ਸਮੇਂ ਦੀ ਘਟਨਾ ਵਾਪਰਨ ਤੇ ਹੀ ਬਣੇ ਨੇ, ਤੇ ਸੈਕੰਡਰੀ ਸਰੋਤ ਨੇ ਜੋ ਕਿ ਪ੍ਰਾਇਮਰੀ ਸੋਰਸਸ ਦੀ ਸਾਨੂੰ ਇਨਫੋਰਮੇਸ਼ਨ ਦਿੰਦੇ ਨੇ। ਤੇ ਬੱਚਿਓ ਹੁਣ ਮੈਂ ਉਮੀਦ ਕਰਦੀ ਹਾਂ ਤੁਹਾਡੇ ਤੋਂ ਇੱਕ ਪ੍ਰਸ਼ਨ ਪੁੱਛਣਾ ਚਾਹੂੰਗੀ ਕਿ ਇਹ ਹੈ ਸਰਕਾਰੀ ਦਸਤਾਵੇਜ਼ ਤੇ ਇਹ ਹੈ ਇੱਕ ਕਿਤਾਬ ਹਿਸਟਰੀ ਜਿਹਦੇ ਉੱਤੇ ਲਿਖਿਆ ਗਿਆ ਹੈ। ਤੇ ਬੱਚਿਓ ਹੁਣ ਕੀ ਤੁਸੀਂ ਦੱਸ ਸਕਦੇ ਹੋ ਕਿਹੜਾ ਪ੍ਰਾਇਮਰੀ ਸਰੋਤ ਹੈ ਤੇ ਕਿਹੜਾ ਸੈਕੰਡਰੀ ਸਰੋਤ ਹੈ? ਬੱਚਿਓ ਮੈਂ ਆਸ਼ਾ ਕਰਦੀ ਹਾਂ ਕਿ ਤੁਸੀਂ ਇਹਦਾ ਆਨਸਰ ਬਿਲਕੁਲ ਠੀਕ ਦਿੱਤਾ ਹੋਣਾ ਹੈ। ਜਿਵੇਂ ਕਿ ਆ ਸਰਕਾਰੀ ਦਸਤਾਵੇਜ਼ ਹੈ, ਇਹ ਹੈ ਸਾਡਾ ਪ੍ਰਾਇਮਰੀ ਸੋਰਸ। ਇਹਦੇ ਵਿੱਚ ਇਹ ਜਿਹੜਾ ਹੈ ਰਿਕਾਰਡ ਕੀਤਾ ਜਾਂਦਾ ਹੈ ਆਫਿਸਿਸ ਵਿੱਚ, ਗਵਰਨਮੈਂਟਸ ਕੋਲ, ਇਹ ਤੇ ਬਹੁਤ ਹੀ ਸੰਭਾਲ ਕੇ ਰੱਖੇ ਜਾਂਦੇ ਹਨ। ਤੇ ਇਹ ਹੈ ਸਾਡੀ ਪੁਸਤਕ ਜੋ ਕਿ ਸਾਨੂੰ ਲਾਇਬ੍ਰੇਰੀਜ਼ ਵਿੱਚ ਮਿਲਦੀਆਂ ਨੇ। ਉਸ ਤੋਂ ਅਸੀਂ ਪ੍ਰਾਇਮਰੀ ਸੋਰਸਸ ਬਾਰੇ ਜਾਣ ਸਕਦੇ ਹਾਂ, ਕਿਉਂਕਿ ਬੱਚਿਓ ਹਰ ਕਿਸੇ ਦੀ ਪਹੁੰਚ ਵਿੱਚ ਆ ਪ੍ਰਾਇਮਰੀ ਸੋਰਸਸ ਨਹੀਂ ਹੁੰਦੇ ਨੇ। ਤੁਸੀਂ ਹਰ ਜਗ੍ਹਾ ਜਾ ਕੇ ਇਹ ਸਾਰੇ ਨਹੀਂ ਦੇਖ ਸਕਦੇ ਨੇ, ਕਿਉਂਕਿ ਇਹ ਬਹੁਤ ਹੀ ਵੈਲਿਊਏਬਲ ਹੁੰਦੇ ਨੇ, ਬਹੁਤ ਹੀ ਮਹੱਤਵਪੂਰਨ ਹੁੰਦੇ ਨੇ ਤੇ ਇਹਨਾਂ ਨੂੰ ਬਹੁਤ ਹੀ ਸਾਂਭ ਕੇ ਰੱਖਿਆ ਜਾਂਦਾ ਹੈ। ਬਟ ਇਹਨਾਂ ਦੇ ਬਾਰੇ ਜੋ ਵੀ ਲਿਖਿਆ ਜਾਂਦਾ ਹੈ ਉਹ ਇਨ ਬੁੱਕਸ ਵਿੱਚ ਲਿਖਿਆ ਜਾਂਦਾ ਹੈ। ਤੇ ਬੱਚਿਓ ਤੁਸੀਂ ਬੁੱਕਸ ਯੂਜ਼ ਕਰ ਸਕਦੇ ਹੋ ਕਿਸੇ ਵੀ ਚੀਜ਼ ਦੀ ਇਨਫੋਰਮੇਸ਼ਨ ਲੈਣ ਲਈ। ਤੇ ਬੱਚਿਓ ਹੁਣ ਅਸੀਂ ਪੜ੍ਹ ਚੁੱਕੇ ਹਾਂ ਕਿੱਥੇ ਅਤੇ ਕਿਵੇਂ। ਇਹ ਸਾਰੇ ਸਰੋਤਾਂ ਬਾਰੇ ਵੀ ਅਸੀਂ ਪੜ੍ਹ ਚੁੱਕੇ ਹਾਂ, ਜਿਵੇਂ ਕਿ ਸੈਕੰਡਰੀ ਸਰੋਤ, ਪ੍ਰਾਇਮਰੀ ਸੋਰਸ। ਤੇ ਬੱਚਿਓ ਹੁਣ ਅਸੀਂ ਇਹਨਾਂ ਸਰੋਤਾਂ ਦੁਆਰਾ ਜਾਣ ਸਕਦੇ ਹਾਂ ਕਿ ਰਾਜੇ ਮਹਾਰਾਜੇ ਜਿਹੜੇ ਸੀਗੇ ਉਹ ਕਿਵੇਂ ਦੇ ਕੱਪੜੇ ਪਾਉਂਦੇ ਸਨ, ਉਹਨਾਂ ਦਾ ਰਹਿਣ ਸਹਿਣ ਕੀ ਸੀ, ਉਹ ਕਿਵੇਂ ਦੀ ਗਹਿਣੇ ਪਾਉਂਦੇ ਸਨ, ਕਿਵੇਂ ਦੀ ਜੁਐਲਰੀ ਪਾਉਂਦੇ ਸਨ। ਆ ਜਿਵੇਂ ਤੁਸੀਂ ਬੱਚਿਓ ਦੇਖ ਸਕਦੇ ਹੋ ਇਸ ਤਸਵੀਰ ਵਿੱਚ
आ गहने देखो जिवें पत्थर दे बने हुए ने, बहुत ही सोहणे लग रहे ने। बच्चों उस समय दे स्रोतां तो सानू ये पता लगदा है। खान पीन लई वो किवें दे बर्तन यूज करदे ने, आ भी सानू इस तस्वीर तो पता लगदा है। बच्चों सानू ये स्रोतां तो ये सारियां बहुत ही इंटरेस्टिंग जानकारी मिलती है, बहुत ही रोमांचक जानकारी मिलती है। आ जिवें तुसी इस तस्वीर विच देख रहे हो खान पीन दा भी इतिहास है ते राजे महाराजे किवें दा भोजन करदे सी ते नॉर्मल जिहड़े लोकी सीगे ओ किवें दा खाना खांदे सीगे। ते बच्चों बहुत सारियां चीज़ां ने जो सानू इतिहास दसदा है, इतिहास सिखाउंदा है। बस तुसी इतिहास जानन दी इच्छा रखो ते उसनू हमेशा जानन दी कोशिश करो। नैक्सट जिहड़ा साडा कंसैप्ट है वो है बच्चों कदों, वैन। कित्थे अते किवें तां असीं पढ़ लिया ते हुण कदों, टाइम पीरियड जानना यानी कि डेट्स। मैनू पता है तुहानू औखा लगदा होवेगा डेट्स सुन के कि आपां ये तरीका किवें याद रखांगे, हिस्टरी तो बहुत औखी है। ते बच्चों मैं तुहानू दसदी हां कि तुसीं इसनू बिल्कुल भी देख के डरना नहीं है कि डेट सानू याद नहीं रहंदियां है। तुहानू दसदे टाइमलाइन बच्चों इस तरह होंदी है कि जिवें तुसी जानते होवोगे कि लॉर्ड जीसस यीशु जी का जन्म जदों होया सी उसनू असी एक बेस पीरियड लैने हाँ, जिवें कि उसनू कहने 0 AD या फिर 1 AD। ते उन्हां दे जन्म तो पहला जो भी चीज़ां वापरियां उन्हां नू असी समय काल दिन्ने हाँ 100 BC, 200 BC, 300 BC, 400 BC। जिमें जिमें टाइम पीरियड दी गल असी करते हैं बच्चों उवें उवें टाइम पीरियड वधदा रहिंदा है। ते तुसी हुण जानना चाहोगे BC का मतलब की है। इहदा इंग्लिश विच मतलब है बिफोर कॉमन एरा, मतलब कि ईसा पूर्व तो पहला, यीशु जी दे जन्म तो पहला दियां जो भी घटनावां हुंदियां हन उसनू असी BC या ईसा पूर्व लिखते हैं। ते बच्चों उन्हां दे जन्म तो बाद विच देखो असी AD लगाते हैं जिहदा मतलब है एनो डोमिन, मीनस कि उसनू असी किद्दां एक्सप्लेन करते हैं, किद्दां लिखते हैं उस टाइम पीरियड नू 100 AD, 200 AD, 300 AD यानी कि 100वीं ईस्वी, 200वीं ईस्वी, 300वीं ईस्वी। ते बच्चों टाइम दा बहुत ही महत्वपूर्ण योगदान है इतिहास दे विच। जिवें कि मैं तुहाडे कोलों कुछ प्रश्न पूछूंगी, जिवें कि हड़प्पा सभ्यता दी खोज कदों होई, बाबर, हिमायू अते अकबर वर्गे मुगल बादशाह ने भारत उत्ते कदों कदों राज किया, अंग्रेज़ां ने भारत उत्ते कब्जा कदों किया। ते बच्चों एक कदों मीनस टाइम पीरियड, डेट्स। जिवें कि पानीपत दी लड़ाई, पहली लड़ाई, दूसरी लड़ाई कदों हुई। ते बच्चों इवें दे बहुत ही क्वेश्चंस ने जो टाइम पीरियड सानू ओदे विच जानना बहुत जरूरी है। ते बच्चों आज दे इस लेक्चर विच असी जानिया कि व्हाट इज हिस्टरी इज अबाउट इवेंट्स। कोई भी घटनावां हुंदियां ने ओदे बारे असी जानते ने, कोई भी जगहावां हैगियां, प्लेसिस हैगियां ओदे बारे असी जानते ने, डेट्स बारे जानते ने, राजे महाराजियां दे नेम्स, जगहावां दे नेम्स, ते असी फैक्ट्स बारे जानते ने। ते फैक्ट्स वो हुंदे ने जिहदे उत्ते हिस्टरी जो है वो डिपेंड करती है। हिस्टरी कोई इंज ही स्टोरी बनाई नहीं गई है, इहदे पूरे स्रोत हैं, तां ही असी हिस्टरी नू वधिया तरीके नाल पढ़ सकते हैं। ते बच्चों आज दे इस लेक्चर विच तुसी जानिया कित्थे, कदों अते किवें, वेयर, वैन एंड हाउ। आओ असी इसनू थोड़ा जिहा रिवाइज कर लीए। बच्चों ये जिहड़े क्वेश्चंस ने मैं चाहूंगी तुसी इन्हां बारे जरूर इन्हां नू नोट डाउन करो ते अपने लेवल ते इसनू जानन दी कोशिश करो ते अपनी रिस्पैक्टेड टीचर्स तो हेल्प लो, उन्हां तो जानन दी कोशिश करो। श्री हरमंदर साहिब कित्थे स्थित है, श्री हरमंदर साहिब दी नींह कदों रखी गई सी, श्री हरमंदर साहिब दी स्थापना किवें होई। ये प्रश्न तुसी जरूर इहदे आंसर्स तुसी लभणे ने ते अपनी नोटबुक्स विच लिखने ने।
बच्चों हमेशा हिस्ट्री नू जानन दी इच्छा रखो, हमेशा क्वेश्चनिंग माइंड रखो, बट सिर्फ अपने रिलेटेड टॉपिक नू लैके अपने टीचर्स नू बच्चों बिल्कुल भी परेशान नहीं करना है। होर कोई क्वेश्चंस पूछ के जेड़ा टॉपिक चल रहा है तुसी उस नू ही पढ़ना है अते अच्छे तरीके नाल, चंगे तरीके नाल समझना है। अपनी एक हैबिट बनाओ कि जो भी तुसी लेक्चर विच पढ़ रहे हो उस नू अच्छे तरीके नाल जानो। इतिहास की है बच्चों, इतिहास की परिभाषा असी जानी हैगी, इतिहास की महत्ता जानी हैगी। इतिहास जो शब्द है वो ग्रीक भाषा के शब्द हिस्टोरिया तो लिया गया है, जिसका अर्थ है कुछ लभना, कुछ जानना, अतीत दीयां घटनावां दा रिकॉर्ड। इतिहास अतीत का अध्ययन है। बच्चों इतिहास नू पढ़ना बहुत जरूरी है, ये एक पुल दा काम करदा है। कोई नवी इन्वेंशनस लई, कुछ नवी खोज करन लई सानू इतिहास जानना बहुत जरूरी है। इतिहास विच जानिया गईयां चीज़ां सानू अगे जाके कुछ भी गलतियां करन तो रोकदा है। तुसी अपनी गलतियां तो सीखदे हो। दुनिया बच्चों बहुत ही वड्डी है ते जेकर असी भारत के इतिहास की गल करिए उन्हां नू 3 कालां विच वंडिया गया है, प्राचीन काल, मध्यकाल ते आधुनिक काल। बच्चों इतिहास नू जानन लई भूगोल दी जानकारी होना बहुत जरूरी है, जो कि अंडर दी कंसैप्ट आउंदा है कित्थे। सिंधु घाटी दी सभ्यता कित्थे है हुण बच्चों तुहानू पता लग ही गया होना है। मैं आशा करदी हां तुसी अपने मैप्स लैके उहदे विच जरूर लोकेट करोगे, जरूर उस नू मैप दे उत्ते लोकेट करोगे कि इंडस वैली सिविलाइजेशन यानी कि सिंधु घाटी सभ्यता कित्थे स्थित है। होर भी ਜਿਹੜੀਆਂ ਸਾਡੀਆਂ ਸਭਿਅਤਾਵਾਂ ਨੇ ਉਹਨਾਂ ਬਾਰੇ ਵੀ ਤੁਸੀਂ ਮੈਪ ਵਿੱਚ ਜ਼ਰੂਰ ਲੋਕੇਟ ਕਰੋਗੇ। ਇਹ ਮੇਰੀ ਰਿਕੁਐਸਟ ਹੈ ਟੀਚਰਸ ਨੂੰ ਕਿ ਤੁਸੀਂ ਬੱਚਿਆਂ ਦੀ ਜ਼ਰੂਰ ਹੈਲਪ ਕਰੋ ਇਹ ਲੋਕੇਟ ਕਰਨ ਵਿੱਚ। ਬੱਚਿਓ ਇਹ ਤੁਹਾਡੀ ਐਕਟੀਵਿਟੀਜ਼ ਹੈ, ਤੁਸੀਂ ਇਸ ਨੂੰ ਜ਼ਰੂਰ ਕਰਨਾ ਹੈ, ਬਹੁਤ ਹੀ ਤੁਹਾਨੂੰ ਚੰਗਾ ਲੱਗੇਗਾ। ਤੇ ਇਹ ਕਿੱਥੇ ਦੇ ਅੰਡਰ ਸਾਰੇ ਮੈਪਸ ਨੇ? ਮੌਰੀਅਨ ਪੀਰੀਅਡ, ਗੁਪਤਾ ਐਮਪਾਇਰ। ਤੇ ਬੱਚਿਓ ਅਸੀਂ ਕਿਵੇਂ ਦੀ ਜਦੋਂ ਗੱਲ ਕੀਤੀ ਹੈ उदों असी स्रोतां दी गल कीती है। सानू किवें दे अंडर स्रोत आउंदे ने, सानू पता लगता है कि कोई भी चीज़ किवें होई, कोई भी इतिहास विच जो घटना वापरी है वो किवें होई, वो सानू पता लगता है प्राइमरी स्रोतां तो। प्राइमरी स्रोत किहड़े ने बच्चों? तस्वीरां, सरकारी दस्तावेज, अखबारां, भाषण, इतिहासक इमारतां। बच्चों मैं चाहूँगी कि तुसी जरूर ये इतिहासक इमारतां वेखो। जे तुसी नहीं भी जा सकते तो अपने मोबाइल ते इंटरनेट ते इन्हां दे बारे जानन दी कोशिश जरूर करो, तुहानू बहुत ही इंटरस्टिंग लगेगा। जिवें कि आ ग्रेट वॉल ऑफ चाइना असी वेख्या, इनू भी देखो, तुहानू बहुत ही इंटरस्टिंग लगेगा। शिलालेख ने, बुत कला ने। शिलालेख तुसी पढ़ नहीं सकते बच्चों, पर तुहानू पता जरूर होना चाहिए है कि ये की ने अते क्यों ये बने ने, क्यों असी इन्हां नू एज अ प्राइमरी सोर्स, प्राइमरी स्रोत असी इन्हां नू इस्तेमाल करते हैं। बुत कला, चित्रकारी। बच्चों तुहानू भी चित्रकारी विच बहुत ही इंटरस्ट होवेगा। तुसी इन्हां पेंटिंग्स नू देख सकते हो, बहुत ही वधिया तरीके नाल बनाईयां गईयां ने, जो बहुत ही कुछ दसदियां ने आपदे आप अपने विच ही कुछ ना कुछ बोलदियां ने। तस्वीरां बोलदियां ने, चित्रकारी बोलदी है। सैकेंडरी स्रोत बच्चों ਇਹਦੇ ਵਿੱਚ जो चीज़ां ऑलरेडी हो गईयां ने, घटनावां हो गईयां ने, ਉਹਦੇ ਬਾਰੇ लिखिया जाता है बाद विच। ਇਹ प्राइमरी सोर्सेज बारे दसदियां ने, जिवें कि बच्चों पुस्तकां। लाइब्रेरी बच्चों हुण तुसीं जरूर जाना है, अपने टीचर्स दे नाल लाइब्रेरी जरूर विजिट करनी है ते पुस्तकां नूं बहुत ही चंगे तरीके नाल पढ़ना है, ताकि तुसी सारे इतिहास बारे अच्छे तरीके नाल, चंगे तरीके नाल, वधिया तरीके नाल जान सको। मैगजीन्स बच्चों, एनसाइक्लोपीडियाज दी तुहानू मैं ऑलरेडी इन्फॉर्मेशन दित्ती हैगी है कि इहदे विच तुसी कोई भी वर्ड मीनिंग देखना है। बच्चों बहुत ही इंटरस्टिंग वे नाल एनसाइक्लोपीडियाज बनाए जाते हैं इतिहास दे, ते तुसी इन्हां नू जरूर देखो, पढ़ो। इंटरनेट ते जरूर बच्चों तुसी देखो। टीचर्स प्लीज़ इन्हां दी हेल्प कीती जावे बच्चों नू इन्हां चीज़ां बारे इन्फॉर्मेशन देण लई। बच्चों ये जिवें कि तुसी अंतर हुण तुसी जरूर दस सकते हो, मैं तुहानू रिवाइज करा रही हूँ, तो तुसी अंतर जरूर दसोगे कि ये है प्राइमरी सोर्स जो कि सरकारी दस्तावेज है,
ਤੇ ਇਹ ਹੈ ਸੈਕੰਡਰੀ ਸਰੋਤ ਜੋ ਕਿ ਇੱਕ ਕਿਤਾਬ ਹੈ। ਤੇ ਬੱਚਿਓ ਅਸੀਂ ਇਹਨਾਂ ਸਰੋਤਾਂ ਦੁਆਰਾ ਸਾਰਾ ਕੁਝ ਜਾਣ ਸਕਦੇ ਹਾਂ ਕਿ ਰਾਜੇ ਮਹਾਰਾਜਾ ਕਿਵੇਂ ਰਹਿੰਦੇ ਸੀਗੇ, ਕਿਵੇਂ ਦੇ ਉਹ ਕੱਪੜੇ ਪਾਉਂਦੇ ਸਨ, ਕਿਵੇਂ ਦੇ ਉਹ ਆਪਣੇ ਜੁਐਲਰੀ ਪਾਉਂਦੇ ਸਨ, ਕਿਵੇਂ ਦੇ ਉਹ ਬਰਤਨ ਯੂਜ਼ ਕਰਦੇ ਸਨ ਤੇ ਕਿਵੇਂ ਦਾ ਉਹ ਭੋਜਨ ਖਾਂਦੇ ਸਨ। ਬੱਚਿਓ ਆ ਕਦੋਂ ਹੈ ਟਾਈਮਲਾਈਨ ਮੈਂ ਤੁਹਾਨੂੰ ਦੱਸਦੀ ਹੈ, ਇੱਕ ਵਾਰੀ ਫੇਰ ਮੈਂ ਤੁਹਾਨੂੰ ਇਹਨੂੰ ਰਿਪੀਟ ਕਰਾ ਦਿੰਨੀ ਆ। ਜਦੋਂ ਯਿਸੂ ਜੀ ਦਾ ਜਨਮ ਹੋਇਆ ਸੀਗਾ ਉਹਨੂੰ ਅਸੀਂ ਐਜ਼ ਅ ਬੇਸ ਲੈਨੇ ਆ। ਉਹਨਾਂ ਦੇ ਜਨਮ ਤੋਂ ਪਹਿਲਾਂ ਅਸੀਂ BC ਯਾਨੀ ਈਸਾ ਪੂਰਵ ਯੂਜ਼ ਕਰਦੇ ਹਾਂ ਤੇ ਕੋਈ ਵੀ ਟਾਈਮ ਪੀਰੀਅਡ ਲਿਖਣਾ ਹੋਵੇ ਅਸੀਂ ਲਿਖਾਂਗੇ 200 ਈਸਾ ਪੂਰਵ। ਉਸ ਤੋਂ ਉਹਨਾਂ ਦੇ ਜਨਮ ਤੋਂ ਬਾਅਦ ਵਿੱਚ ਜੋ ਵੀ ਹੈ ਉਹਦੇ ਵਿੱਚ ਅਸੀਂ ਲਾਉਂਦੇ ਹਾਂ AD ਯਾਨੀ ਈਸਵੀ ਵੀ ਲਿਖ ਸਕਦੇ ਹਾਂ ਆਪਾਂ, 200ਵੀਂ ਈਸਵੀ, 100ਵੀਂ ਈਸਵੀ, ਕਿਉਂਕਿ ਟਾਈਮ ਪੀਰੀਅਡ ਬਹੁਤ ਹੀ ਵੱਡਾ ਹੈ ਤੇ ਉਸ ਨੂੰ ਡਿਫਾਈਨ ਕਰਨ ਲਈ ਸਾਨੂੰ ਇਹ ਟਾਈਮਲਾਈਨ ਬਣਾਉਣੀ ਪੈਂਦੀ ਹੈ। AD BC ਸਾਨੂੰ ਇਹ ਲਿਖਣਾ ਪੈਂਦਾ ਹੈ ਤੇ ਇਹ ਬਹੁਤ ਹੀ ਵਧੀਆ ਇਨਫੋਰਮੇਸ਼ਨ ਹੈ ਜੋ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਬਾਰੇ ਦੱਸਦੀ ਹੈ। ਤੇ ਬੱਚਿਓ ਇਹ ਜਿਵੇਂ ਕੁਝ ਪ੍ਰਸ਼ਨ ਨੇ ਜੋ ਕਿ ਤੁਸੀਂ ਜ਼ਰੂਰ ਇਹਨਾਂ ਦੇ ਬਾਰੇ ਜਾਣਨ ਲਈ ਕੋਸ਼ਿਸ਼ ਕਰਨੀ ਹੈ। ਹੜੱਪਾ ਸਭਿਅਤਾ ਦੀ ਖੋਜ ਕਦੋਂ ਹੋਈ? ਬਾਬਰ, ਹਿਮਾਯੂ ਅਤੇ ਅਕਬਰ ਵਰਗੇ ਮੁਗਲ ਬਾਦਸ਼ਾਹਾਂ ਨੇ ਭਾਰਤ ਉੱਤੇ ਕਦੋਂ ਰਾਜ ਕੀਤਾ? ਅੰਗਰੇਜ਼ਾਂ ਨੇ ਭਾਰਤ ਉੱਤੇ ਕਬਜ਼ਾ ਕਦੋਂ ਕੀਤਾ? ਤਾਂ ਬੱਚਿਓ ਇਹ ਤਾਂ ਸੀਗੀ ਸਾਡੀ ਹਿਸਟਰੀ, ਕਦੋਂ, ਕਿੱਥੇ ਅਤੇ ਕਿਵੇਂ। ਮੈਂ ਆਸ਼ਾ ਕਰਦੀ ਹਾਂ ਬੱਚਿਓ ਕਿ ਤੁਹਾਨੂੰ ਅੱਜ ਦਾ ਲੈਕਚਰ ਬਹੁਤ ਹੀ ਪਸੰਦ ਆਇਆ ਹੋਵੇਗਾ, ਬਹੁਤ ਹੀ ਵਧੀਆ ਲੱਗਿਆ ਹੋਵੇਗਾ ਤੇ ਇਸ ਨੂੰ ਜ਼ਰੂਰ ਸਮਝਣਾ ਹੈ ਤੇ ਜੋ ਵੀ ਐਕਟੀਵਿਟੀਜ਼ ਤੁਹਾਨੂੰ ਦਿੱਤੀਆਂ ਨੇ ਬੱਚਿਓ ਉਸ ਨੂੰ ਜ਼ਰੂਰ ਕਰਿਓ। ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਇਸ ਤੋਂ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਧੰਨਵਾਦ।